फ्रेंड्स, वेलकम टू इन्फो अबाउट ऑल गवर्नमेंट जॉब। ਅੱਜ ਆਪਣੀ ਪਟਵਾਰੀ ਦੇ ਕੰਪਿਊਟਰ ਆਈਟੀ ਪਾਰਟ ਦੀ 26ਵੀਂ ਕਲਾਸ ਹੈ ਜੀ। 25 ਤੱਕ ਕੱਲ ਕੁਐਸਚਨ ਕਰ ਲਏ ਸੀ ਆਪਾਂ। 26 ਕੁਐਸਚਨ ਤੋਂ ਅੱਜ ਸ਼ੁਰੂ ਕਰਾਂਗੇ। ਇਹ ਡਿਸਕਸ ਕੰਟੈਂਟ ਦੈਟ ਇਜ਼ ਰਿਕਾਰਡਡ ਐਟ ਦਾ ਟਾਈਮ ਆਫ ਮੈਨੂਫੈਕਚਰ ਐਂਡ ਦੈਟ ਕੈਨ ਨਾਟ ਬੀ ਚੇਂਜ ਔਰ ਇਰੇਜ਼ਡ ਬਾਈ ਦਾ ਯੂਜ਼ਰ। ਜਿਹੜੇ ਡਿਸਕ ਤੇ ਕੰਟੈਂਟ ਸੀਗੇ ਉਹ ਮੈਨੂਫੈਕਚਰ ਦੁਆਰਾ ਪਹਿਲਾਂ ਹੀ ਇੰਸਟਾਲ ਕੀਤੇ ਹੁੰਦੇ ਆ ਜਾਂ ਪਾਏ ਹੁੰਦੇ ਨੇ, ਅਤੇ ਉਹ ਕੰਟੈਂਟ ਨਾ ਹੀ ਚੇਂਜ ਹੋ ਸਕਦੇ ਨੇਗੇ ਨਾ ਹੀ ਡਿਲੀਟ ਹੋ ਸਕਦੇ ਨੇਗੇ ਯੂਜ਼ਰ ਦੁਆਰਾ। ਤਾਂ ਉਹਨਾਂ ਨੂੰ ਕੀ ਕਹਾਂਗੇ ਜੀ ਆਪਾਂ? ਤਾਂ ਰਾਈਟ ਆਨਸਰ ਹੈ ਜੀ 5th ਰੀਡ ਓਨਲੀ। ਜਿਵੇਂ ਆਪਾਂ ਹੁਣ ਤਾਂ ਸੀਡੀਜ਼ ਘੱਟ ਲੈ ਕੇ ਆਉਂਦੇ ਹਾਂ ਨਾ, ਪਹਿਲਾਂ ਜਦੋਂ ਪਲੇਅਰਸ ਚੱਲ ਰਹੇ ਸੀਗੇ ਆਪਾਂ ਕੀ ਕਰਦੇ ਸੀਗੇ, ਮੂਵੀਜ਼ ਦੀਆਂ ਜਿਹੜੀਆਂ ਸੀਡੀਜ਼ ਸੀਗੀਆਂ ਉਹ ਲੈ ਕੇ ਆਉਂਦੇ ਹੁੰਦੇ ਸੀਗੇ ਹੈ ਨਾ। ਉਹ ਜਿਹੜੀਆਂ ਸੀਡੀ ਸੀਗੀਆਂ ਇੱਕ ਵਾਰੀ ਰਿਕਾਰਡ ਹੋ ਜਾਂਦੀਆਂ ਸੀ, ਉਹ ਬਦਲੀਆਂ ਨਹੀਂ ਜਾਂਦੀਆਂ ਸੀ, ਇਸ ਲਈ ਉਹ ਪਰਮਾਨੈਂਟ ਉਹਦੇ ਹੋ ਜਾਂਦੀ ਸੀ ਨਾ ਸਟੋਰੇਜ। ਤਾਂ ਉਹ ਕੱਲੀਆਂ ਆਪਾਂ ਰੀਡ ਹੀ ਕਰ ਸਕਦੇ ਸੀ, ਮਤਲਬ ਉਹਦੇ ਵਿੱਚ ਪਾ ਕੇ ਪਲੇਅਰ 'ਚ ਪਾ ਕੇ ਆਪਾਂ ਦੇਖ ਸਕਦੇ ਸੀਗੇ ਹੈ ਨਾ। ਤਾਂ ਇਸ ਲਈ ਜਿਹੜੀ ਚੀਜ਼ 'ਤੇ ਸਿਰਫ ਇੱਕ ਵਾਰੀ ਹੀ ਰਾਈਟ ਹੋਵੇ, ਦੁਬਾਰੇ ਚੇਂਜ ਨਾ ਹੋ ਸਕੇ, ਉਹਨੂੰ ਕੀ ਕਹਿੰਦੇ ਹੈ? ਰੀਡ ਓਨਲੀ। ਤਾਂ ਰਾਈਟ ਆਨਸਰ ਹੈ ਜੀ 26 ਦਾ 5 ਰੀਡ ਓਨਲੀ। ਨੈਕਸਟ ਕੁਐਸਚਨ ਦੀ ਗੱਲ ਕਰਾਂਗੇ ਆਪਾਂ ਜੀ। 56 ਕੁਐਸਚਨ 27th ਕੁਐਸਚਨ ਤੋਂ ਸ਼ੁਰੂ ਕਰਾਂਗੇ। 26 ਆਪਾਂ ਕਰ ਲਿਆ। ਐਨ ਏਰੀਆ ਆਫ ਕੰਪਿਊਟਰ that is temporary holds data waiting to be processed is। ਡੇਟਾ ਕਿਸ ਦੇ ਵਿੱਚ ਪਿਆ ਹੁੰਦਾ ਹੈ ਜੀ? ਜਦੋਂ ਆਪਾਂ ਮੰਨ ਲਓ ਕੋਈ ਆਪਰੇਸ਼ਨ ਪਰਫੋਰਮ ਕਰਨਾ, ਕੋਈ ਇੰਸਟਰਕਸ਼ਨ ਪਰਫੋਰਮ ਕਰਨੀ ਹੈ, ਤੁਹਾਨੂੰ ਪਿਛਲੀ ਕਲਾਸ 'ਚ ਦੱਸਿਆ ਸੀ ਨਾ ਵੀ ਜਿਹੜਾ ਡੇਟਾ ਉਹ ਕਿੱਥੇ ਲੈ ਕੇ ਆਵਾਂਗੇ ਆਪਾਂ ਕੰਮ ਕਰਨ ਦੇ ਲਈ? ਮੈਮਰੀ ਦੇ ਵਿੱਚ। ਦਾ ਰਾਈਟ ਆਨਸਰ ਹੈ ਜੀ ਸੈਕਿੰਡ, ਮੈਮਰੀ। ਮੈਮਰੀ ਕਿਹੜੀ ਹੁੰਦੀ ਹੈ? ਰੈਮ, ਰੈਂਡਮ ਐਕਸੈਸ ਮੈਮਰੀ। ਠੀਕ ਹੈ ਜੀ, ਰੈਂਡਮ ਐਕਸੈਸ ਮੈਮਰੀ ਹੁੰਦੀ ਹੈ ਨਾ, ਰੈਮ 'ਚ ਲਿਆ ਕੇ ਕੰਮ ਕਰਦੇ ਹਾਂ ਆਪਾਂ। ਤਾਂ ਰਾਈਟ ਆਨਸਰ ਕੀ ਹੈ? ਮੈਮਰੀ। ਦੋ ਮੈਮਰੀਆਂ ਹੁੰਦੀਆਂ, ਇੱਕ ਪ੍ਰਾਇਮਰੀ ਮੈਮਰੀ, ਇੱਕ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਕਿਹੜੀ ਹੈ ਜੀ? ਰੈਮ। ਮੇਨ ਮੈਮਰੀ ਵੀ ਕਿਹੜੀ ਹੈ? ਰੈਮ। ਯਾਦ ਰੱਖਿਓ, ਇਹ ਕੱਲ ਵੀ ਦੱਸਿਆ ਸੀ ਨਾ ਤੁਹਾਨੂੰ। ਤਾਂ ਰਾਈਟ ਆਨਸਰ ਹੈ ਸੈਕਿੰਡ, ਮੈਮਰੀ। 28th ਕੁਐਸਚਨ ਦੀ ਗੱਲ ਕਰ ਲੈਂਦੇ ਹਾਂ ਜੀ। ਦਾ ਡਿਫਰੈਂਸ ਬਿਟਵੀਨ ਮੈਮਰੀ ਐਂਡ ਸਟੋਰੇਜ ਦੈਟ ਇਜ਼ ਮੈਮਰੀ ਡੈਸ਼ ਐਂਡ ਸਟੋਰੇਜ ਇਜ਼ ਡੈਸ਼। ਦੇਖੋ ਜੀ, ਜਿਹੜੀ ਡਿਫਰੈਂਸ ਹੈ ਮੈਮਰੀ ਦਾ, ਠੀਕ ਹੈ, ਇੱਕ ਤਾਂ ਪਰਮਾਨੈਂਟ ਹੁੰਦੀ ਹੈ, ਇੱਕ ਟੈਂਪੋਰੇਰੀ ਹੁੰਦੀ ਹੈ ਨਾ। ਤਾਂ ਇਹੀ ਡਿਫਰੈਂਸ ਹੈ ਵੀ ਦਾ ਡਿਫਰੈਂਸ ਬਿਟਵੀਨ ਮੈਮਰੀ ਐਂਡ ਸਟੋਰੇਜ। ਮੈਮਰੀ ਕਿਹੜੀ ਹੁੰਦੀ ਹੈ? ਟੈਂਪੋਰੇਰੀ। ਸਟੋਰੇਜ ਕੀ ਹੁੰਦੀ ਹੈ? ਪਰਮਾਨੈਂਟ। ਟੈਂਪੋਰੇਰੀ ਮੈਮਰੀ ਕਿਹੜੀ ਹੁੰਦੀ ਹੈ? ਮੇਨ ਮੈਮਰੀ। ਮੇਨ ਮੈਮਰੀ ਕਿਹੜੀ ਹੁੰਦੀ ਹੈ? ਰੈਮ। ਠੀਕ ਹੈ, ਇਸ ਲਈ ਫਸਟ ਆਨਸਰ ਹੈ ਟੈਂਪੋਰੇਰੀ ਐਂਡ ਪਰਮਾਨੈਂਟ। ਸਟੋਰੇਜ ਦੀ ਗੱਲ ਜਿੱਥੇ ਆ ਗਈ ਜੀ, ਸਟੋਰੇਜ ਪਰਮਾਨੈਂਟ ਹੋਊਗੀ, ਬਸ ਇੰਨਾ ਯਾਦ ਰੱਖ ਲਿਓ। ਟੈਂਪੋਰੇਰੀ ਮੈਮਰੀ ਦੀ ਗੱਲ ਜਿੱਥੇ ਹੈਗੀ, ਉਹ ਹਮੇਸ਼ਾ ਪ੍ਰਾਇਮਰੀ ਮੈਮਰੀ, ਟੈਂਪੋਰੇਰੀ ਮੈਮਰੀ, ਮੇਨ ਮੈਮਰੀ ਜਾਂ ਰੈਮ ਹੋਏਗੀ। ਇਹ ਯਾਦ ਰੱਖਿਓ, ਭੁੱਲਿਓ ਨਾ। ਤਾਂ ਰਾਈਟ ਆਨਸਰ ਹੈ ਫਸਟ। ਨੈਕਸਟ ਕੁਐਸਚਨ ਦੀ ਗੱਲ ਕਰ ਲੈਂਦੇ। ਕੈਚੇ ਮੈਮਰੀ ਐਕਟਸ ਬਿਟਵੀਨ। ਕੈਚੇ ਮੈਮਰੀ ਕੀ ਹੁੰਦੀ ਹੈ ਜੀ? ਕੈਚੇ ਮੈਮਰੀ ਜਿਹੜੀ CPU ਅਤੇ ਰੈਮ ਦੇ ਵਿਚਾਲੇ ਐਕਟ ਕਰਦੀ ਹੈ, ਠੀਕ ਹੈ, ਉਹਨੂੰ ਕੀ ਕਹਿੰਦੇ ਨੇਗੇ? ਕੈਚੇ ਮੈਮਰੀ ਕਹਿੰਦੇ। ਕੈਚੇ ਮੈਮਰੀ ਮੇਨਲੀ ਰੈਮ ਦੇ ਸਾਈਜ਼ ਤੋਂ ਘੱਟ ਹੁੰਦੀ ਹੈ। ਕੈਚੇ ਮੈਮਰੀ ਦਾ ਸਾਈਜ਼ ਬਹੁਤ ਘੱਟ ਹੁੰਦਾ, ਪਰ ਇਹ ਤੇਜ਼ ਹੁੰਦੀ ਹੈ ਬਹੁਤ ਜ਼ਿਆਦਾ। ਅਤੇ ਜਿਹੜੀ ਰੈਮ ਹੈ ਉਹ ਘੱਟ, ਹਾਰਡ ਡਿਸਕ ਨਾਲੋਂ ਘੱਟ ਤੇਜ਼ ਹੁੰਦੀ ਹੈ। ਹਾਰਡ ਡਿਸਕ ਸਭ ਤੋਂ ਘੱਟ ਹੁੰਦੀ ਹੈ ਜੀ। ਹਾਰਡ ਡਿਸਕ ਦੀ ਜਿਹੜੀ ਸਪੀਡ ਹੈ ਸਭ ਤੋਂ ਘੱਟ ਹੁੰਦੀ ਹੈ। ਹਾਰਡ ਡਿਸਕ ਤੋਂ ਵੱਧ ਰੈਮ ਦੀ ਸਪੀਡ ਹੁੰਦੀ ਹੈ, ਰੈਮ ਤੋਂ ਜ਼ਿਆਦਾ ਕੈਚੇ ਮੈਮਰੀ ਦੀ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚ ਬੈਲੈਂਸ ਬਣਾਉਣ ਦੇ ਲਈ ਕਿਹੜੀ ਮੈਮਰੀ ਯੂਜ਼ ਹੁੰਦੀ ਹੈ? ਕੈਚੇ ਮੈਮਰੀ। ਠੀਕ ਹੈ ਜੀ, CPU ਬੈਲੈਂਸ ਬਣਾਉਂਦਾ ਨਾ ਰੈਮ ਅਤੇ ਹਾਰਡ ਡਿਸਕ ਦੇ ਵਿਚਕਾਰ, ਸਟੋਰੇਜ ਅਤੇ ਮੈਮਰੀ ਦੇ ਵਿਚਕਾਰ। ਸਟੋਰੇਜ ਦਾ ਵੀ ਤੁਹਾਨੂੰ ਪਤਾ, ਮੈਮਰੀ ਦਾ ਵੀ ਪਤਾ, ਦੱਸ ਚੁੱਕੇ ਹਾਂ। ਸਟੋਰੇਜ ਅਤੇ ਮੈਮਰੀ ਦੇ ਵਿਚਾਰ CPU ਕੀ ਹੈ? ਇੱਕ ਬੈਲੈਂਸ ਬਿਠਾਉਂਦਾ ਹੈ। ਉਹ ਬੈਲੈਂਸ ਕਿਸ ਦੀ ਮਦਦ ਨਾਲ ਬਿਠਾਉਂਦਾ? ਉਹ ਬਿਠਾਉਂਦਾ ਹੈਗਾ ਕੈਚੇ ਮੈਮਰੀ ਦੀ ਮਦਦ ਦੇ ਨਾਲ। ਠੀਕ ਹੈ ਜੀ, ਤਾਂ ਇਸ ਦਾ ਫਸਟ ਆਨਸਰ ਹੈਗਾ CPU ਐਂਡ ਰੈਮ। ਨੈਕਸਟ 30 ਕੁਐਸਚਨ ਦੀ ਗੱਲ ਕਰ ਲੈਂਦੇ ਹਾਂ ਜੀ। The most frequently used instructions of a computer program are likely to be fetched from। ਜਿਹੜੀਆਂ ਮੋਸਟ ਫ੍ਰੀਕੁਐਂਟਲੀ ਮਤਲਬ ਕਿ ਹੁਣੇ ਜਿਹੜੀਆਂ ਇੰਸਟਰਕਸ਼ਨਸ ਨੇਗੀਆਂ ਕੰਪਿਊਟਰ ਪ੍ਰੋਗਰਾਮ 'ਚ ਯੂਜ਼ ਹੋ ਰਹੀਆਂ ਨੇ, ਉਹਨਾਂ ਨੂੰ ਕਿੱਥੋਂ ਫੈਚ ਕਰੂਗਾ ਜੀ? ਉਹ ਕਰੂਗਾ ਕੈਚੇ ਮੈਮਰੀ 'ਚੋਂ। ਠੀਕ ਹੈ ਜੀ, ਤਾਂ ਰਾਈਟ ਆਨਸਰ ਹੈ ਬੀ, ਕੈਚੇ ਮੈਮਰੀ। ਰੈਮ ਜਾਂ ਰਜਿਸਟਰਸ ਫ੍ਰੀਕੁਐਂਟਲੀ ਕਿਹਾ ਨਾ ਉਹਨਾਂ ਨੇ, ਫ੍ਰੀਕੁਐਂਟਲੀ ਜਿਹੜੀ ਪ੍ਰੋਗਰਾਮ ਹੈ ਉਹ ਰਨ ਕਿੱਥੋਂ ਕਰੂਗਾ ਫੈਚ, ਕਿੱਥੋਂ ਲੈ ਕੇ ਆਊਗਾ? ਕੈਚੇ ਮੈਮਰੀ 'ਚੋਂ। ਕੈਚੇ ਮੈਮਰੀ ਦਾ ਕੰਮ ਤੁਹਾਨੂੰ ਦੱਸਤਾ ਵੀ ਕੈਚੇ ਮੈਮਰੀ ਕੀ ਕਰਦੀ ਹੈ ਨਾ। ਕੈਚੇ ਮੈਮਰੀ ਸਭ ਤੋਂ ਸਮਾਲ ਹੁੰਦੀ ਹੈ, ਇਹਨਾਂ ਦੋਨਾਂ ਹਾਰਡ ਡਿਸਕ ਅਤੇ ਰੈਮ ਤੋਂ ਸਮਾਲ ਹੁੰਦੀ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਹਾਈ ਸਪੀਡ ਮੈਮਰੀ ਵਿਚ ਕੰਪਨਸੇਟਸ ਦਾ ਗੈਪ ਸਪੀਡਸ ਆਫ ਦਾ ਪ੍ਰੋਸੈਸਰ ਐਂਡ ਮੇਨ ਮੈਮਰੀ। ਦੱਸਤਾ ਨਾ ਪਿਛਲੇ ਕੁਐਸਚਨ 'ਚ ਤੁਹਾਨੂੰ, ਉਹੀ ਕੁਐਸਚਨ ਅੱਗੇ ਆ ਗਿਆ
ਵੀ ਜਿਹੜਾ ਸਪੀਡ ਹੈ ਮੇਨ ਮੈਮਰੀ ਦਾ ਜਾਂ ਪ੍ਰੋਸੈਸਰ ਦਾ ਜਾਂ ਹਾਰਡ ਡਿਸਕ ਸਟੋਰੇਜ ਦਾ, ਉਹਦੇ 'ਚ ਬੈਲੈਂਸ ਕਿਹੜੀ ਚੀਜ਼ ਬਣਾਉਂਦੀ ਹੈ? ਕੈਚੇ ਮੈਮਰੀ, ਹੈ ਨਾ। ਕੈਚੇ ਮੈਮਰੀ ਤਾਂ ਰਾਈਟ ਆਨਸਰ ਕੀ ਹੈ? ਫਸਟ ਕੈਚੇ ਮੈਮਰੀ। ਉਹ ਕੱਲਾ ਕੈਚੇ ਲਿਖਿਆ ਇਹਨਾਂ ਨੇ। ਇਹਨਾਂ ਦੀਆਂ ਕਈ ਵਾਰੀ ਫੁੱਲ ਫੋਰਮ ਵੀ ਆ ਜਾਂਦੀਆਂ ਨੇ ਪ੍ਰੋਮ ਦੀ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਈ ਪ੍ਰੋਮ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਐਸ ਰੈਮ ਸਟੈਟਿਕ ਰੈਮ, ਇਹ ਦੱਸਿਆ ਸੀ ਨਾ ਪਹਿਲਾਂ ਵੀ ਕਲਾਸਿਸ 'ਚ ਤੁਹਾਨੂੰ ਦੱਸਿਆ। 32 ਕੁਐਸਚਨ ਦੀ ਗੱਲ ਕਰ ਲੈਂਦੇ ਹਾਂ। ਡੈਸ਼ ਐਕਟਸ ਐਜ਼ ਟੈਂਪੋਰੇਰੀ ਹਾਈ ਸਪੀਡ ਹੋਲਡਿੰਗ ਏਰੀਆ ਬਿਟਵੀਨ ਦਾ ਮੈਮਰੀ ਐਂਡ ਦਾ CPU ਦੇਅਰ ਬਾਏ ਇੰਪਰੂਵਿੰਗ ਪ੍ਰੋਸੈਸਿੰਗ ਕੈਪੇਬਿਲਿਟੀਜ਼। ਫਿਰ ਉਹੀ ਕੁਐਸਚਨ ਆ ਗਿਆ, ਕਿਹੜੀ ਮੈਮਰੀ ਹੈ ਜਿਹੜੀ ਐਕਟ ਕਰਦੀ ਹੈ ਟੈਂਪੋਰੇਰੀ ਅਤੇ ਹਾਈ ਸਪੀਡ ਹੋਲਡਿੰਗ ਏਰੀਆ 'ਚ ਬਿਟਵੀਨ ਦਾ ਮੈਮਰੀ ਐਂਡ ਦਾ CPU। ਮੈਮਰੀ ਅਤੇ CPU 'ਚ ਕਿਹੜੀ ਜਿਹੜੀ ਚੀਜ਼ ਹੈ ਵਰਤੀ ਜਾਂਦੀ ਹੈ? ਡੈਟ ਇਜ਼ ਕਾਲਡ ਕੈਚੇ ਮੈਮਰੀ। ਕੈਚੇ ਮੈਮਰੀ ਐਕਟ ਕਰਦੀ ਹੈ, ਵਰਕ ਕਰਦੀ ਹੈ ਮੈਮਰੀ ਅਤੇ CPU 'ਚ ਪ੍ਰੋਸੈਸਿੰਗ ਕੈਪੈਬਿਲਿਟੀਜ਼ ਨੂੰ ਮੂਵ ਕਰਨ ਦੇ ਲਈ, ਇੰਪਰੂਵ ਕਰਨ ਦੇ ਲਈ, ਹੈ ਨਾ, ਜ਼ਿਆਦਾ ਵਧਾਉਣ ਦੇ ਲਈ। ਠੀਕ ਹੈ, ਇਹਨਾਂ ਦਾ ਰਾਈਟ ਆਨਸਰ ਹੈ ਜੀ ਫੋਰਥ ਕੈਚੇ ਮੈਮਰੀ। ਚਾਹੇ ਟੈਂਪੋਰੇਰੀ ਮੈਮਰੀ ਦੀ ਗੱਲ ਆ ਜੇ, ਚਾਹੇ ਮੈਮਰੀ ਐਂਡ CPU ਦੀ ਗੱਲ ਆ ਜੇ, ਚਾਹੇ ਸਟੋਰੇਜ ਐਂਡ ਮੈਮਰੀ ਦੀ ਗੱਲ ਆ ਜੇ, ਤਾਂ ਸਾਰੀਆਂ ਚੀਜ਼ਾਂ 'ਚ ਕੀ ਵਰਤਿਆ ਜਾਊਗਾ ਜੀ? ਕੈਚੇ ਮੈਮਰੀ। ਰਾਈਟ ਆਨਸਰ ਫੋਰਥ। ਨੈਕਸਟ 33 ਕੁਐਸਚਨ ਦੀ ਗੱਲ ਕਰ ਲੈਂਦੇ ਹਾਂ ਆਪਾਂ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਦਾ ਆਰ ਟਰੂ। ਕੈਚੇ ਮੈਮਰੀ ਹੈ ਜਿਹੜੀਆਂ ਬਿਗਰ ਹੁੰਦੀਆਂ ਨੇ ਰੈਮ ਤੋਂ, ਨਹੀਂ ਤੁਹਾਨੂੰ ਦੱਸਿਆ ਕੈਚੇ ਮੈਮਰੀ ਬਿਗਰ ਨਹੀਂ ਹੁੰਦੀ। ਕੈਚੇ ਮੈਮਰੀ ਕੀ ਹੁੰਦੀ ਹੈ? ਸਮੋਲ, ਛੋਟੀ ਹੁੰਦੀ ਹੈ ਨਾ, ਤਾਂ ਰਾਈਟ ਆਨਸਰ ਵੀ ਇਹੀ ਆਊਗਾ। ਕੈਚੇ ਮੈਮਰੀਜ਼ ਆਰ ਸਮਾਲਰ ਦੈਨ ਰੈਮ, ਰੋਮ ਆਰ ਫਾਸਟਰ ਦੈਨ ਰੈਮ, ਰੈਮ ਰੋਮ ਇਨਫੋਰਮੇਸ਼ਨ ਰੀਡ ਇਜ਼ ਕੈਨ ਬੀ ਰਿਟਨ ਬਾਈ ਯੂਜ਼ਰਸ, ਇਹ ਵੀ ਗਲਤ ਹੈ। ਤਾਂ ਰਾਈਟ ਆਨਸਰ ਕੀ ਹੈ ਜੀ? ਇਕੱਲਾ ਸੈਕਿੰਡ, ਕੈਚੇ ਮੈਮਰੀ ਹੈ ਜਿਹੜੀ ਘੱਟ ਹੁੰਦੀ ਹੈ ਰੈਮ ਤੋਂ। ਨੈਕਸਟ 34th ਕੁਐਸਚਨ ਦੀ ਗੱਲ ਕਰਦੇ ਹਾਂ ਜੀ ਆਪਾਂ। ਡੈਸ਼ ਇਜ਼ ਹੈਵਿੰਗ ਮੋਰ ਮੈਮਰੀ ਐਡਰੈਸ ਆਰ ਐਡਰੈਸਸ ਦੈਨ ਫਿਜ਼ੀਕਲੀ ਅਵੇਲੇਬਲ। ਠੀਕ ਹੈ, ਡੈਸ਼ ਇਜ਼ ਹੈਵਿੰਗ ਮੋਰ ਦੈਨ ਮੈਮਰੀ, ਕਿਹੜੀ ਚੀਜ਼ ਹੈ ਜਿਹਦੇ ਕੋਲ ਜ਼ਿਆਦਾ ਮੈਮਰੀ ਹੁੰਦੀ ਹੈ ਐਡਰੈਸ ਦੇ ਮੁਕਾਬਲੇ ਫਿਜ਼ੀਕਲ ਅਵੇਲੇਬਲ ਹੁੰਦੀ ਹੈ? ਵਰਚੁਅਲ ਮੈਮਰੀ ਬਾਰੇ ਇਹਦਾ ਰਾਈਟ ਆਨਸਰ ਵਰਚੁਅਲ ਮੈਮਰੀ ਹੈ। ਵਰਚੁਅਲ ਮੈਮਰੀ ਬਾਰੇ ਤੁਹਾਨੂੰ ਦੱਸਿਆ ਸੀ ਨਾ ਥੋੜ੍ਹਾ ਜਿਹਾ, ਵੀ ਵਰਚੁਅਲ ਮੈਮਰੀ ਦਾ ਕੰਮ ਕੀ ਹੁੰਦਾ ਹੈ। ਕੁਛ ਮੈਮਰੀ ਹੁੰਦੀ ਹੈ ਆਪਣੀ ਪ੍ਰਾਇਮਰੀ ਮੈਮਰੀ ਹੁੰਦੀ ਹੈ, ਮੇਨ ਮੈਮਰੀ ਹੁੰਦੀ ਹੈ, ਉਹਦੇ ਨਾਲ ਜਿਹੜੀ ਸੈਕੰਡਰੀ ਸਟੋਰੇਜ ਹੈ ਹਾਰਡ ਡਿਸਕ ਹੈ ਜਾਂ ਕੋਈ ਹੈ, ਉਹਨੂੰ ਆਪਾਂ ਜੋੜ ਦਿੰਦੇ ਹਾਂ, ਜੋੜ ਕੇ ਨਾ ਇੱਕ ਭਰਮ ਜਿਹਾ ਜਿਵੇਂ ਆਪਾਂ ਕਹਿੰਦੇ ਹਾਂ ਕਾਲਪਨਿਕ ਚੀਜ਼ ਬਣ ਜਾਂਦੀ ਹੈ। ਮਤਲਬ ਕਿ ਉਹ ਅਸਲ 'ਚ ਤਾਂ ਹੁੰਦਾ ਪਾਰਟ ਸਟੋਰੇਜ ਡਿਵਾਈਸ ਦਾ ਹੀ ਹੈ, ਹਾਰਡ ਡਿਸਕ ਦਾ, ਪਰ ਉਹਨੂੰ ਯੂਜ਼ ਕੌਣ ਕਰ ਲੈਂਦਾ? ਮੇਨ ਮੈਮਰੀ। ਜਦੋਂ ਮੇਨ ਮੈਮਰੀ ਕੁਛ ਪਾਰਟ ਨੂੰ ਯੂਜ਼ ਕਰ ਲੈਂਦੀ ਹੈ ਤਾਂ ਉਹ ਕੀ ਬਣ ਜਾਂਦੀ ਹੈ? ਵਰਚੁਅਲ ਮੈਮਰੀ ਬਣ ਜਾਂਦੀ ਹੈ, ਕਾਲਪਨਿਕ ਮੈਮਰੀ ਬਣ ਜਾਂਦੀ ਹੈ, ਦਿਖਦੀ ਹੈ ਪਰ ਅਸਲ 'ਚ ਹੁੰਦੀ ਨਹੀਂ। ਠੀਕ ਹੈ, ਜਦੋਂ ਕੰਮ ਕਰ ਲਿਆ, ਕੰਮ ਕਰਨ ਤੋਂ ਬਾਅਦ ਦੁਬਾਰੇ ਫਿਰ ਉਹ ਮੇਨ ਮੈਮਰੀ ਬਣ ਜਾਂਦੀ ਹੈ। ਤਾਂ ਰਾਈਟ ਆਨਸਰ ਹੈ ਫਸਟ ਮੇਨ ਮੈਮਰੀ। ਹੁਣ ਰਾਈਟ ਆਨਸਰ ਹੈ ਫਸਟ ਵਰਚੁਅਲ ਮੈਮਰੀ। ਵਰਚੁਅਲ ਮੈਮਰੀ 'ਤੇ ਹੀ ਅੱਗੇ ਕੁਐਸਚਨ ਹੈ। ਵਰਚੁਅਲ ਮੈਮਰੀ ਹੈ ਕੀ ਚੀਜ਼ ਹੈ? ਜਿਵੇਂ ਹੁਣ ਤੁਹਾਨੂੰ ਪਹਿਲਾਂ ਦੱਸਿਆ ਨਾ, ਇੱਕ ਭਰਮ ਪੈਦਾ ਕਰਦੀ ਹੈ ਕਾਲਪਨਿਕ, ਤਾਂ ਰਾਈਟ ਆਨਸਰ ਇਹਦਾ ਥਰਡ ਹੈ ਐਨ ਐਲੂਜ਼ਨ ਆਫ ਐਕਸਟ੍ਰੀਮਲੀ ਲਾਰਜ ਮੇਨ ਮੈਮਰੀ। ਐਲੂਜ਼ਨ ਦਾ ਮਤਲਬ ਕੀ ਹੈ? ਭਰਮ ਪੈਦਾ ਕਰਨਾ, ਵੀ ਭਰਮ ਪੈਦਾ ਕਰਨਾ ਕਿ ਜਿਹੜੀ ਮੇਨ ਮੈਮਰੀ ਹੈ ਬਹੁਤ ਲਾਰਜ ਹੈ। ਮੇਨ ਮੈਮਰੀ ਘੱਟ ਹੁੰਦੀ ਹੈ ਨਾ ਸੈਕੰਡਰੀ ਸਟੋਰੇਜ ਡਿਵਾਈਸ ਨਾਲੋਂ ਜਾਂ ਹਾਰਡ ਡਿਸਕ ਨਾਲੋਂ। ਠੀਕ ਹੈ, ਉਹਦਾ ਕੁਛ ਪਾਰਟ ਜਦੋਂ ਆਪਾਂ ਵਰਤ ਲੈਂਦਾ CPU ਮੇਨ ਮੈਮਰੀ 'ਚ ਲਾ ਕੇ, ਤਾਂ ਉਹਨੂੰ ਵਰਚੁਅਲ ਮੈਮਰੀ ਕਹਿ ਦਿੰਦੇ ਆ। ਉਹ ਇੱਕ ਭਰਮ ਪੈਦਾ ਕਰਦਾ ਵੀ ਇਹਦੇ ਕੋਲੇ ਜਿਹੜੀ ਮੇਨ ਮੈਮਰੀ ਇਹਦੇ ਕੋਲੇ ਸਪੇਸ ਇੰਨੀ ਹੈ, ਪਰ ਅਸਲ 'ਚ ਉਨੀ ਸਪੇਸ ਹੁੰਦੀ ਨਹੀਂ। ਠੀਕ ਹੈ, ਅੱਜ ਦੀ ਕਲਾਸ ਦੇ ਵਿੱਚ ਇੰਨੇ ਹੀ ਕੁਐਸਚਨ ਨੇ ਜੀ। ਠੀਕ ਹੈ, ਜੀਕੇ ਦੀ ਕਲਾਸ ਵੀ ਆਪਾਂ ਇਸ ਤੋਂ ਬਾਅਦ ਹੀ ਲਾ ਰਹੇ ਹਾਂ, ਦੋਨੇ ਇਕੱਠੀਆਂ ਕਲਾਸਿਸ ਹੋਣਗੀਆਂ, ਤੁਸੀਂ ਕਲਾਸਿਸ ਲਗਾ ਰਹੇ ਹੋ। ਅਤੇ ਬਾਕੀ ਜਿਹੜੇ ਚੈਨਲ 'ਤੇ ਨਵੇਂ ਹੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ, ਤਾਂ ਕਿ ਜਦੋਂ ਵੀ ਕੋਈ ਕਲਾਸ ਆਵੇ ਜਾਂ ਪੋਸਟਰ ਜਿਹੜੀਆਂ ਪਈਆਂ ਨੇ ਆਪਣੀਆਂ, ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜੀ। ਚੈਨਲ 'ਤੇ ਕਾਫੀ ਪੋਸਟਰਸ ਪਈਆਂ ਨੇ, ਦੇਖੋ ਵਿਜ਼ਿਟ ਕਰ ਲਿਓ। ਅਤੇ ਇੱਕ ਟੈਗ ਗੁਰੂ ਨਾਂ ਦਾ ਚੈਨਲ ਹੈ ਜੀ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦੇ ਤਾਂ ਦੁਬਾਰੇ ਕਰ ਹੀ ਨਹੀਂ ਸਕਦੇ। ਜਿਹੜੇ ਨਵੇਂ ਹੋ ਜੀ, ਨਵੇਂ ਟੈਗ ਗੁਰੂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਵੀ ਪ੍ਰੈਸ ਕਰ ਲਿਓ, ਤਾਂ ਕਿ ਜਦੋਂ ਵੀ ਆਪਣੇ ਕੋਈ ਇਸ ਨਾਲ ਟੈਕਨੀਕਲ ਰਿਲੇਟਡ ਵੀਡੀਓ ਆਵੇ ਤਾਂ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। PDF ਫਾਈਲਸ ਵਾਸਤੇ ਨੀਚੇ ਟੈਲੀਗ੍ਰਾਮ ਦਾ ਲਿੰਕ ਦਿੱਤਾ, ਉਹ ਤੋਂ ਤੁਸੀਂ ਜੁਆਇਨ ਕਰ ਸਕਦੇ ਹੋ। ਬਾਕੀ ਫੇਸਬੁੱਕ ਦੇ ਪੇਜ ਦਾ ਲਿੰਕ ਹੈਗਾ ਨੀਚੇ, ਇੰਸਟਾਗ੍ਰਾਮ ਦਾ ਹੈਗਾ, ਉਹ ਤੋਂ ਫੋਲੋ ਕਰ ਲਿਓ ਜੀ। ਮਿਲਦੇ ਹਾਂ ਆਪਾਂ ਜੇ ਕੋਈ ਪੋਸਟ ਆਉਂਦੀ ਹੈ ਉਹਦੇ ਨਾਲ, ਜਾਂ ਕੱਲ੍ਹ ਦੀ ਕਲਾਸ ਦੇ ਵਿੱਚ। ਕਲਾਸਿਸ ਸਾਰੀਆਂ ਦੇਖ ਲਿਓ, ਪਲੇਲਿਸਟ ਪਈ ਹੈ ਚੈਨਲ 'ਤੇ। ਬਾਏ ਬਾਏ, ਯੂ ਟੇਕ ਵੈਰੀ ਗੁੱਡ ਕੇਅਰ ਆਫ ਯੂਰ ਸੈਲਫ।